ਗੱਲ ਸਾਰੀ ਨਜ਼ਰੀਏ ਦੀ ਹੁੰਦੀ ਹੈ। ਚਾਹੇ ਦੇਖਣ ਸਮਝਣ ਦੇ ਵਿੱਚ ਕਿਸੇ ਨੂੰ ਚਮਤਕਾਰ ਲੱਗੇ ਜਾਂ ਫਿਰ ਕਿਸੇ ਨੂੰ ਢੋਂਗ, ਆਪੋ ਆਪਣੇ ਨਜ਼ਰੀਏ ਦੀ ਗੱਲ ਹੈ। ਸ਼ਮਸ਼ੇਰ ਸਿੰਘ ਭੁੱਲਰ ਚੰਡੀਗੜ੍ਹ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ। ਸ਼ਮਸ਼ੇਰ ਸਿੰਘ ਖੁਦ FCI ਦੇ ਵਿੱਚ ਨੌਕਰੀ ਕਰਦੇ ਨੇ। ਜ਼ਿੰਦਗੀ ਤੇ ਸਮਾਂ ਕਦੋਂ ਪਲਟੀ ਮਾਰ ਜਾਂਦਾ ਹੈ ਇਹ ਕੋਈ ਵੀ ਨਹੀਂ ਜਾਣਦਾ। ਕੱਖੋਂ ਲੱਖ ਤੇ ਲੱਖੋਂ ਕੱਖ ਬਣਾਉਣ ਦੇ ਵਿੱਚ ਉਹ ਪਰਮਾਤਮਾ ਸਮਾਂ ਨਹੀਂ ਲਗਾਉਂਦਾ। ਸ਼ਮਸ਼ੇਰ ਸਿੰਘ ਦੱਸਦੇ ਨੇ ਕਿ ਕੁਝ ਅਜਿਹਾ ਹੀ ਮੇਰੇ ਨਾਲ ਹੋਇਆ ਜਦੋਂ ਮੈਂ 2005 ਦੇ ਵਿੱਚ FCI ਜੁਆਇਨ ਕੀਤੀ। ਇੰਜ ਲੱਗਿਆ ਕਿ ਸਰਕਾਰੀ ਨੌਕਰੀ ਮਿਲ ਗਈ ਹੈ ਤਾਂ ਜ਼ਿੰਦਗੀ ਦੇ ਵਿੱਚ ਹੁਣ ਕਿਸੇ ਚੀਜ਼ ਦੀ ਲੋੜ ਨਹੀਂ, ਮੈਂ ਇਕੱਲਾ ਹੀ ਰਾਜਾ ਹਾਂ। ਨੌਕਰੀ ਵਧੀਆ ਚੱਲਦੀ ਰਹੀ ਤੇ ਮੇਰਾ ਵਿਆਹ 2008 ਦੇ ਵਿੱਚ ਪਰਿਵਾਰ ਦੇ ਵੱਲੋਂ ਕਰ ਦਿੱਤਾ ਗਿਆ। ਵਿਆਹ ਹੋਇਆ ਤੇ ਜ਼ਿੰਮੇਵਾਰੀਆਂ ਵੱਧ ਗਈਆਂ, ਪਰ ਕੁਝ ਸਮਾਂ ਬਾਅਦ ਸਾਡੇ ਘਰ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਆਪਾਂ ਕਦੀ ਕਲਪਨਾ ਤੱਕ ਨਹੀਂ ਕੀਤੀ ਹੋਵੇਗੀ। ਇੱਕ ਦਿਨ ਮੈਂ ਦਫ਼ਤਰ ਜਾ ਰਿਹਾ ਸੀ ਕਿ ਇੱਕ ਮੰਦਬੁੱਧੀ ਲੜਕੇ ਨੇ ਪਿੱਛੋਂ ਆ ਕੇ ਮੇਰੀ ਕਮੀਜ਼ ਖਿੱਚੀ। ਇੱਕਦਮ ਕਮੀਜ਼ ਖਿੱਚਣ ਦੇ ਨਾਲ ਮੈਂ ਡਰ ਗਿਆ। ਉਸ ਲੜਕੇ ਨੇ ਕੁਝ ਬੋਲਿਆ ਨਹੀਂ, ਸਿਰਫ ਇਸ਼ਾਰਿਆਂ ਦੇ ਵਿੱਚ ਕੁਝ ਖਾਣ ਦੇ ਲਈ ਦੇਣ ਵਾਸਤੇ ਕਿਹਾ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਸਨੇ ਪੈਸੇ ਨਹੀਂ ਮੰਗੇ। ਮੈਂ ਅੱਗੇ ਬਹੁਤ ਗੁੱਸੇ ਦੇ ਵਿੱਚ ਸੀ ਤਾਂ ਮੈਂ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਡਿੱਗਣ ਕਾਰਨ ਉਸ ਲੜਕੇ ਦੀ ਬਾਂਹ ਦੇ ਉੱਤੇ ਝੀਟ ਲੱਗੀ ਜਿਸ ਦੇ ਵਿੱਚੋਂ ਥੋੜਾ ਖੂਨ ਨਿਕਲਣ ਲੱਗਿਆ। ਐਨੇ ਨੂੰ ਇੱਕ ਹੋਰ ਲੜਕਾ ਆਇਆ ਜਿਸ ਨੇ ਉਸ ਨੂੰ ਆ ਕੇ ਚੁੱਕਿਆ। ਉਹ ਵੀ ਦੇਖਣ ਦੇ ਵਿੱਚ ਮੰਦਬੁੱਧੀ ਹੀ ਲੱਗ ਰਿਹਾ ਸੀ। ਮੈਂ ਦੇਖਿਆ ਕਿ ਦੂਸਰੇ ਲੜਕੇ ਨੇ ਮਿੱਟੀ ਦਾ ਬੁੱਕ ਭਰ ਕੇ ਉਸ ਦੀ ਬਾਂਹ ਦੇ ਉੱਤੇ ਪਾ ਦਿੱਤਾ ਜਿੱਥੋਂ ਖੂਨ ਨਿਕਲ ਰਿਹਾ ਸੀ। ਉਹ ਦੋਵੇਂ ਉੱਠੇ ਤੇ ਮੇਰੇ ਵੱਲ ਦੇਖ ਕੇ ਮੁਸਕਰਾਏ ਤੇ ਉੱਥੋਂ ਚਲੇ ਗਏ। ਉਸ ਵੇਲੇ ਤਾਂ ਇਹ ਗੱਲ ਮੇਰੇ ਲਈ ਆਮ ਜਿਹੀ ਸੀ ਤੇ ਨਾ ਹੀ ਕੁਝ ਖਾਸ ਅਸਰ ਇਸ ਗੱਲ ਦਾ ਮੇਰੇ ਉੱਪਰ ਹੋਇਆ। ਉਸ ਤੋਂ ਬਾਅਦ ਕਈ ਵਾਰ ਉਹ ਲੜਕੇ ਰਸਤੇ ਦੇ ਵਿੱਚ ਮੈਨੂੰ ਮਿਲੇ, ਪਰ ਮੇਰੇ ਕੋਲੋਂ ਹੱਸ ਕੇ ਲੰਘ ਜਾਂਦੇ, ਪਰ ਮੇਰੇ ਕੋਲੋਂ ਕੁਝ ਮੰਗਦੇ ਨਹੀਂ। ਸਮਾਂ ਪਿਆ ਤਾਂ ਮੇਰੀ ਨੌਕਰੀ ਦੌਰਾਨ ਮੇਰੇ ਤੇ ਕੁਝ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਜੋ ਕਿ ਮੈਂ ਨਹੀਂ ਕੀਤਾ ਸੀ। ਵੱਡੇ ਅਫਸਰਾਂ ਦੀ ਗੱਲ ਨਾ ਮੰਨਣ ਦਾ ਨਤੀਜਾ ਮੈਨੂੰ ਮਿਲ ਰਿਹਾ ਸੀ ਤੇ ਨੌਕਰੀ ਤੋਂ ਮੈਨੂੰ ਸਸਪੈਂਡ ਕਰ ਦਿੱਤਾ ਗਿਆ। ਅਸਲ ਦੇ ਵਿੱਚ ਹੁਣ ਮੇਰੀ ਨੌਕਰੀ ਚਾਹ ਹੀ ਚੁੱਕੀ ਸੀ। ਹੌਲੀ ਮੇਰੇ ਮਾਤਾ-ਪਿਤਾ ਮੇਰੀ ਟੈਨਸ਼ਨ ਦੇ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਏ। ਮੈਂ ਤੇ ਮੇਰੀ ਪਤਨੀ ਇਕੱਲੇ ਰਹਿ ਗਏ। ਸਾਨੂੰ ਥੋੜਾ ਹੀ ਸਮਾਂ ਹੋਇਆ ਸੀ ਘਰ ਬਣਾਇਆ ਨੂੰ, ਜੋ ਕਿ ਆਪਾਂ ਲੋਨ ਲੈ ਕੇ ਬਣਾਇਆ ਸੀ। ਹੁਣ ਇਸ ਤੋਂ ਬਾਅਦ ਆਪਾਂ ਕਰਜ਼ੇ ਦੇ ਹੇਠਾਂ ਵੀ ਆ ਚੁੱਕੇ ਸੀ। ਟੈਨਸ਼ਨ ਰਾਤਾਂ ਨੂੰ ਸੌਣ ਨਹੀਂ ਦੇ ਰਹੀ ਸੀ। ਉੱਪਰੋਂ ਸਾਡੇ ਘਰ ਕੋਈ ਵੀ ਔਲਾਦ ਨਹੀਂ ਸੀ। ਕੁਝ ਮਹੀਨਿਆਂ ਬਾਅਦ ਮੇਰੀ ਪਤਨੀ ਵੀ ਪੇਕੇ ਚਲੀ ਗਈ ਕਿਉਂਕਿ ਕਰਜ਼ੇ ਵਾਲੇ ਤੰਗ ਪਰੇਸ਼ਾਨ ਕਰਨ ਘਰ ਆਉਣ ਲੱਗੇ ਸੀ। ਜ਼ਿੰਦਗੀ ਨੇ ਹੁਣ ਮੈਨੂੰ ਬਿਲਕੁਲ ਇਕੱਲਾ ਕਰ ਛੱਡਿਆ ਸੀ। ਆਖਰ ਉਹ ਪਲ ਆਇਆ ਜਿੱਥੇ ਹਰ ਕੋਈ ਆ ਕੇ ਹਾਰ ਜਾਂਦਾ ਹੈ। ਘਰ ਦੇ ਉੱਪਰ ਬੈਂਕ ਦਾ ਕਬਜ਼ਾ ਸੀ ਤੇ ਮੈਂ ਆਤਮ ਹੱਤਿਆ ਕਰਨ ਵਾਸਤੇ ਨਹਿਰ ਦੇ ਉੱਪਰ ਪਹੁੰਚਿਆ। ਹੁਣ ਨਾ ਤਾਂ ਮਾਤਾ-ਪਿਤਾ ਸੀ ਤੇ ਨਾ ਹੀ ਪਤਨੀ। ਔਲਾਦ ਤਾਂ ਮੇਰੇ ਪਹਿਲਾਂ ਹੀ ਨਹੀਂ ਸੀ ਤੇ ਫਿਰ ਮੈਂ ਜੀ ਕੇ ਕੀ ਕਰਨਾ ਸੀ। ਸ਼ਾਮ ਦਾ ਸਮਾਂ ਸੀ। ਮੈਂ ਨਹਿਰ ਦੇ ਉੱਪਰ ਡੁੱਬਣ ਦੀ ਤਿਆਰੀ ਕੀਤੀ। ਲਾਗੇ ਕਿਸੇ ਪਿੰਡ ਦੇ ਵਿੱਚ ਸੋਧਾਰ ਰਹਿਰਾਸ ਸਾਹਿਬ ਜੀ ਦਾ ਪਾਠ ਚੱਲਿਆ ਤਾਂ ਇੱਕਦਮ ਮੇਰਾ ਮਨ ਬਦਲ ਗਿਆ। ਜਦੋਂ ਮੈਂ ਉੱਥੋਂ ਮੁੜਨ ਲੱਗਿਆ ਤਾਂ ਮੈਂ ਦੇਖਿਆ ਉਹ ਦੋਨੋਂ ਮੰਦਬੁੱਧੀ ਲੜਕੇ ਉੱਥੋਂ ਲੰਘ ਰਹੇ ਨੇ ਤੇ ਦੋਨਾਂ ਨੇ ਇੱਕ ਰੋਟੀ ਹੱਥ ਦੇ ਵਿੱਚ ਫੜੀ ਹੋਈ ਹੈ ਤੇ ਦੋਨੋਂ ਬਹੁਤ ਖੁਸ਼ ਨੇ। ਮੈਨੂੰ ਰੋਟੀ ਦਿਖਾ ਕੇ ਉਹਨਾਂ ਨੇ ਇਸ਼ਾਰਾ ਕਰਕੇ ਪੁੱਛਿਆ ਕਿ ਤੂੰ ਰੋਟੀ ਖਾਣੀ ਹੈ। ਇਹ ਸਭ ਦੇਖ ਕੇ ਮੇਰੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਜ਼ਿੰਦਗੀ ਦਾ ਅਸਲ ਮਾਇਨਾ ਪਰਮਾਤਮਾ ਨੇ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਸੋ ਆਖਿਰ ਬੈਂਕ ਤੇ ਕਰਜ਼ੇ ਤੋਂ ਬਚਣ ਦੇ ਲਈ ਮੈਂ ਹਜੂਰ ਸਾਹਿਬ ਚਲਿਆ ਗਿਆ ਤੇ ਸਾਰੀ ਉਮਰ ਉੱਥੇ ਹੀ ਰਹਿ ਕੇ ਸੇਵਾ ਕਰਨ ਦੀ ਸੋਚੀ। ਸੇਵਾ ਦਾ ਚੋਲਾ ਧਾਰਨ ਕੀਤਾ ਤੇ ਲੰਗਰ ਦੇ ਵਿੱਚ ਸੇਵਾ ਕਰਨ ਲੱਗਿਆ। 4 ਮਹੀਨੇ ਮੈਂ ਉੱਥੇ ਸਭ ਕੁਝ ਭੁੱਲ ਕੇ ਸੇਵਾ ਕਰਦਾ ਰਿਹਾ ਤੇ ਬਾਹਰ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਹੀ ਸੌਂ ਜਾਂਦਾ। ਇੱਕ ਦਿਨ ਸਵੇਰ ਦੇ ਲੰਗਰ ਦਾ ਟਾਈਮ ਸੀ ਤੇ ਮੈਂ ਲੰਗਰ ਵਰਤਾ ਰਿਹਾ ਸੀ ਤਾਂ ਉੱਥੇ 2 ਮੰਦਬੁੱਧੀ ਲੜਕੇ ਜੋ ਕਿ ਸਿੱਖ ਸਨ ਉਹ ਲੰਗਰ ਦੀ ਪੰਗਤ ਦੇ ਵਿੱਚ ਆ ਕੇ ਬੈਠ ਗਏ। ਮੈਂ ਉਸ ਸਮੇਂ ਖੀਰ ਵਰਤਾ ਰਿਹਾ ਸੀ। ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਥਾਲੀ ਦੇ ਵਿੱਚ ਉਂਗਲ ਮਾਰ ਕੇ ਖੀਰ ਪਾਉਣ ਵਾਸਤੇ ਕਿਹਾ। ਮੈਂ ਇੱਕ ਡੋਰੀ ਖੀਰ ਦੀ ਪਾ ਦਿੱਤੀ ਤੇ ਅੱਗੇ ਜਾਣ ਲੱਗਿਆ ਤੇ ਅਚਾਨਕ ਹੀ ਉਸ ਲੜਕੇ ਨੇ ਦੁਬਾਰਾ ਉਂਗਲ ਮਾਰੀ ਤੇ ਹੋਰ ਖੀਰ ਪਾਉਣ ਵਾਸਤੇ ਕਿਹਾ। ਮੈਂ ਦੂਜੀ ਵਾਰ ਫਿਰ ਖੀਰ ਪਾ ਦਿੱਤੀ। ਜਦੋਂ ਤੀਸਰੀ ਵਾਰ ਵੀ ਉਸ ਮੰਦਬੁੱਧੀ ਲੜਕੇ ਨੇ ਮੈਨੂੰ ਖੀਰ ਪਾਉਣ ਵਾਸਤੇ ਕਿਹਾ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਇੱਥੇ ਥੋੜੀ ਸਾਰੀ ਖੀਰ ਖਤਮ ਕਰਨੀ, ਹੋਰ ਵੀ ਲੋਕ ਇੱਥੇ ਬੈਠੇ ਨੇ। ਮੈਂ ਉਸ ਲੜਕੇ ਦੀ ਗੱਲ ਨੂੰ ਇਗਨੋਰ ਕਰਕੇ ਅੱਗੇ ਜਾਣ ਲੱਗਿਆ ਤਾਂ ਇੱਕ ਬਜ਼ੁਰਗ ਸੇਵਾਦਾਰ ਦੀ ਆਵਾਜ਼ ਆਈ ਕਿ ਇਹ ਗਲਤੀ ਦੁਬਾਰਾ ਨਾ ਕਰੀ। ਜਿੰਨੀ ਵਾਰ ਉਹ ਲੜਕਾ ਕਹਿ ਰਿਹਾ ਹੈ ਉਨੀ ਵਾਰ ਉਸ ਨੂੰ ਖੀਰ ਪਾਓ। ਉਸ ਲੜਕੇ ਨੇ 4 ਵਾਰ ਉਂਗਲੀ ਮਾਰੀ ਤੇ ਮੈਂ ਉਸ ਨੂੰ 4 ਵਾਰ ਖੀਰ ਪਾਈ। ਇੰਜ ਹੀ ਦੂਸਰੇ ਮੰਦਬੁੱਧੀ ਲੜਕੇ ਨੇ ਕੀਤਾ। ਖੀਰ ਪਵਾਉਣ ਤੋਂ ਬਾਅਦ ਉਹ ਦੋਨੇ ਉਸੇ ਤਰ੍ਹਾਂ ਮੁਸਕਰਾਏ ਜਿਵੇਂ ਚੰਡੀਗੜ੍ਹ ਵਾਲੇ ਲੜਕੇ ਮੁਸਕਰਾਉਂਦੇ ਸੀ। ਮੇਰੇ ਨਾਲ ਜੋ ਵੀ ਹੋ ਰਿਹਾ ਸੀ ਉਹ ਮੈਨੂੰ ਸਮਝ ਆ ਚੁੱਕਿਆ ਸੀ, ਪਰ ਇਹ ਨਹੀਂ ਪਤਾ ਸੀ ਕਿ ਇਹ ਸਭ ਕੁਝ ਕਦੋਂ ਠੀਕ ਹੋਵੇਗਾ। ਫਿਰ ਇੱਕ ਦਿਨ ਮੈਂ ਗੋਦਾਵਰੀ ਦੇ ਕਿਨਾਰੇ ਘੁੰਮ ਰਿਹਾ ਸੀ ਕਿ ਮੈਨੂੰ ਚੱਕਰ ਆਇਆ ਤੇ ਮੈਂ ਉੱਥੇ ਹੀ ਡਿੱਗ ਪਿਆ। ਮੈਨੂੰ ਉੱਥੇ ਕਿਸੇ ਨੇ ਨਹੀਂ ਦੇਖਿਆ ਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਉਦੋਂ ਤੱਕ ਹਨੇਰਾ ਹੋ ਚੁੱਕਿਆ ਸੀ। ਮੈਂ ਉੱਠ ਕੇ ਜਾਣ ਲੱਗਿਆ ਤਾਂ ਮੈਨੂੰ ਬਹੁਤ ਸਾਰੇ ਘੋੜੇ ਆਉਣ ਦੀਆਂ ਆਵਾਜ਼ਾਂ ਆਈਆਂ। ਇੱਕ ਤੇਜ਼ ਪ੍ਰਕਾਸ਼ ਦੇ ਵਿੱਚੋਂ ਸਿੰਘ ਨਿਕਲ ਰਹੇ ਸੀ। ਇੱਕ ਵਾਰ ਤਾਂ ਮੈਂ ਡਰ ਗਿਆ ਤੇ ਉੱਥੇ ਹੀ ਕਿਤੇ ਲੁਕ ਗਿਆ। ਇੱਕ ਸਿੰਘ ਨੇ ਆਵਾਜ਼ ਮਾਰ ਕੇ ਕਿਹਾ
कि शमशेर सिंह शेर लुकिया नहीं करते, जाप साहब का पाठ करिया कर ते दसवंध कढ़ना शुरू कर। फिर वो सारे सिंह एक तेज प्रकाश दे विच गायब हो गए। पर उस प्रकाश दे विच वो दोनों लड़के मैनू दिखाई दिते जो मैनू लंगर दे विच मिले सी ते मेरे वाल देख के मुस्करा रहे सी। वो दोनों लड़के उन्हां सिंघां दे नाल की कर रहे सी तो उस प्रकाश दे विच कित्थे गायब हो गए, मैं ये गल अज तक नहीं समझ सकिया। ते दूजी गल ये कि उन्हां सिंघां ने मैनू दसवंध कढ़न नूं क्यों कहा, क्योंकि मैं तो कोई नौकरी ही नहीं करदा सी, तां फिर दसवंध कित्थों कढ़दा। उस तो बाद मैं लंगर साहब सेवा करदा रहा। तो 4 दसंबर 2009 की गल है, जदों मेरे दफ्तर का एक बंदा उत्थे हजूर साहब मैनू मिलिया। उसने मैनू मिल के दस्सिया कि उसकी भाल काफ़ी समय तो चल रही है, क्योंकि उसके उत्ते लगाए हुए सारे दोष बहाल कर दिते गए सी ते उसनूं दोबारा नौकरी ज्वाइन करने के हुक्म भी सरकार वालों दिते गए सी। मैं बहुत हैरान होया कि ये किवें हो गया। सो अगले कुछ दिनों के विच मैं वापस पंजाब जाना सी। तो एक रात जदों मैं सो रहा सी तो वो दोनों मंदबुद्धि लड़के मेरे कोल आए ते कहण लगे कि अपने दर तो कदी भी किसी लोड़वंद नूं भुक्खा ना मोड़ी, गुरु साहब का हुक्म मन्नी जो उस रात गुरु साहब तेनू हुक्म दे के गए सी। मैं बहुत हैरान होया कि मैं उस रात गुरु साहब की आवाज़ नूं पहचान ना सकिया। ते उस तो भी हैरानी की गल तो यह सी कि वो दोनों मंदबुद्धि लड़के बोल नहीं सकते सी ते उन्होंने ये सब कुछ मैनू किवें बोल दिता। मैं जदों पंजाब आया तो मैनू नौकरी मिली, करजा भी हौली हौली उतर गया, घर भी अपना वापस ले लिया ते मेरी पत्नी भी वापस घर आ गई। मेरे घर में 2 लड़कियां ने जन्म लिया ते हुण सब कुछ ठीक है। अपनी जिंदगी तो मैं यही सीखिया है कि अपने आप नूं कदी भी उच्चा ना समझो, अपने दर ते आए भुखे लोड़वंद नूं कदी भी खाली हथ ना मोड़ो। यही साडी सिੱਖੀ ਦਾ ਮੁੱਢ कदीम असूल है, किरत करो, नाम जपो ते वंड छको।